मैं 1978 तो 1992 वाला राज मैं सारा देखा। उदों जे किसी के घर कोई खाड़कू या अतवादी आके खाना भी खा लेंदे ना, उहदे सारे टब्बर नूं चक के पुलिस पाड़ दिंदी सी और एक मिनट दे विच उन्हां दा सारा क्लू कढ लिआउंदी सी। एड्डी वड्डी घटना साडे दरबार साहब दे उपर वापर गई। सरकारां बिल्कुल अंधियां होईयां बैठियां ने। जिहड़ा भी इस जालम दी पहचान दसेगा, ये नेड़े तेड़े के रिश्तेदारों बारे दसेगा, उन्होंने मैं 1 लाख रुपए का नगद इनाम देवांगा। इन्होंने हुण सरकारां दे हत्थ बड़े लंबे होंदे ने। इन्होंने अपने आप नूं हुण दुबारे पावरां दे विच लिआउण वास्ते हर तरह के हत्थ ठंडे वरतने आ, लोगों का माइंड भड़काउण वास्ते। मेरी जी दोस्ती एक वर्कर तो लैके CM मिनिस्टरां तक पूरी रही है, हुण भी हैगी। मैं घर फूक के तमाशे देखे जी भन्न तोड़ चल रही है भी पार्टियां छड़ छड़ के वैसे जा रहे हैं। वो क्यों नहीं जाणगे? क्यों उन्होंने उपर ED का सकंजा भी कसाना ने, ठीक नहीं, CBI का सकंजा भी कसाना। ਜਿਹੜੇ ਤਾਂ ਪਿਆਰ ਨਾਲ ਹੀ ਰਲ ਕੇ ਇੱਕ ਦੂਜੇ ਨਾਲ ਜਾ ਕੇ ਉਹ ਤਾਂ ਬਚ ਜਾਣਗੇ। ਮੈਂ ਤਾਂ ਤੁਹਾਨੂੰ ਇਹ ਦੱਸਦਾ ਵੀ ਕੁੱਤੀ ਚੋਰਾਂ ਨਾਲ ਹੀ ਹੋਈ ਹੈ ਜੀ। ਵੀ ਤੁਸੀਂ ਕਿਉਂ ਸਿੱਧੀਆਂ ਗੱਲਾਂ ਕਹਾਉਣਾ ਚਾਹੁੰਦੇ ਹੋ? ਜੇ ਸਜ਼ਾ ਤਾਂ ਦੇਣ। ਪੰਜਾਬ ਕੇਸਰੀ ਜਗਬਾਣੀ TV ਤੇ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਨਵੀਨ ਸੇਠੀ। ਬੇਅਦਬੀ ਦੀ ਘਟਨਾਵਾਂ ਅਕਾਲੀ ਸਰਕਾਰ ਵੇਲੇ ਵੀ ਹੋਈਆਂ। 2017 ਦੇ ਵਿੱਚ ਉਹਨਾਂ ਦੀ ਸਰਕਾਰ ਚਲੀ ਜਾਂਦੀ ਹੈ, ਪਰ ਫਿਲਹਾਲ ਹਜੇ ਵੀ ਘਟਨਾਵਾਂ ਬੰਦ ਹੋਣ ਦਾ ਨਾਮ ਨਹੀਂ ਲੈ ਰਹੀਆਂ, ਬਲਕਿ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਖਾਸ ਕਰਕੇ ਜਦੋਂ ਗੋਲਡਨ ਟੈਂਪਲ ਦੇ ਵਿੱਚ ਬੇਅਦਬੀ ਹੁੰਦੀ ਹੈ, ਸਰਕਾਰ ਇਹ ਕਹਿੰਦੀ ਹੈ ਕਿ ਅਸੀਂ 48 ਘੰਟਿਆਂ ਦੇ ਵਿੱਚ ਦੋਸ਼ੀ ਜਿਹੜੇ ਹਨ ਉਹ ਫੜ ਲਾਂਗੇ, ਰਿਪੋਰਟ ਮੰਗਾ ਲਿੱਤੀ ਜਾਂਦੀ ਹੈ, ਪਰ ਹਜੇ ਤੱਕ ਸਰਕਾਰ ਦੇ ਹੱਥ ਖਾਲੀ ਹਨ। ਖਾਸ ਕਰਕੇ ਇਸ ਮੌਕੇ 'ਤੇ ਜਿਹੜੇ ਸਿੱਖ ਭਾਈਚਾਰਾ ਹੈ ਉਹਨਾਂ ਦੇ ਹਿਰਦੇ ਜਿਹੜੇ ਹਨ ਉਹਨਾਂ ਨੂੰ ਸੱਟ ਵੱਜਦੀ ਹੈ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਆਲਮਜੀਤ ਸਿੰਘ ਮਾਨ ਹਨ, ਗੱਲਬਾਤ ਕਰਦੇ ਉਹਨਾਂ ਦੇ ਨਾਲ। ਆਲਮਜੀਤ ਜੀ, ਜਿਸ ਤਰੀਕੇ ਦੇ ਨਾਲ ਬੇਅਦਬੀ ਦੀ ਘਟਨਾ ਹੋਈ ਪੂਰੇ ਦੇਸ਼ ਦੇ ਵਿੱਚ, ਚਾਹੇ ਸਿੱਖ ਹੋਣ ਜਾਂ ਕਿਸੇ ਵੀ ਧਰਮ ਦੇ ਹੋਣ, ਸੱਟ ਵੱਜਦੀ ਹੈ। ਤੁਸੀਂ ਵੀ ਦੇਖਿਆ ਭਾਵੇਂ ਅਕਾਲੀ ਸਰਕਾਰ ਹੋਵੇ, ਉਦੋਂ ਵੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਧੀਆਂ, ਹੁਣ ਵੀ ਚੱਲ ਰਹੀਆਂ ਨੇ, ਪਰ ਸਰਕਾਰ ਕਿਤੇ ਨਾ ਕਿਤੇ ਹੱਥ ਉਹਨਾਂ ਦੇ ਹਜੇ ਵੀ ਖਾਲੀ ਹੈ। ਤੁਹਾਨੂੰ ਕੀ ਫੀਲ ਹੁੰਦਾ ਕਿ ਕੌਣ ਇਹਨਾਂ ਦੇ ਪਿੱਛੇ ਨੇ ਅਤੇ ਕੀ ਤੁਸੀਂ ਇਸ ਨੂੰ ਸਮਝਦੇ ਹੋ? ਪਹਿਲਾਂ ਤਾਂ ਮੇਰੇ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਬਿਜ਼ਨਸਮੈਨ ਹਾਂ, ਬੱਚੇ ਮੇਰੇ NRI ਨੇ। ਮੈਂ ਇੱਕ ਸੋਸ਼ਲ ਐਕਟੀਵਿਟੀ ਪਿਛਲੇ 32 ਸਾਲ ਤੋਂ ਕਰਦਾ ਆ ਰਿਹਾ ਜੀ। ਮੈਂ ਉਹਨਾਂ ਲੋਕਾਂ ਵਾਸਤੇ ਕੰਮ ਕੀਤਾ ਜੀ ਜਿਹਦਾ ਕੋਈ ਨਹੀਂ ਹੁੰਦਾ, ਜਿਵੇਂ ਐਕਸੀਡੈਂਟ ਵਿਕਟਮ ਹੋ ਗਏ ਜੀ, ਤਾਂ ਅਨਨੋਨ ਡੈੱਡ ਬੋਡੀਆਂ ਦਾ ਹੋ ਗਿਆ। ਆ ਕਰੋਨਾ ਮਹਾਮਾਰੀ ਵਿੱਚ ਜਿੰਨਾ ਵੀ ਹੁਣ ਮੈਂ ਮਾਸਕ ਸੈਨੀਟਾਈਜ਼ਰ ਵੰਡੇ ਉਹ ਹੋ ਗਏ। ਕਿਸਾਨਾਂ ਵਾਸਤੇ 1000 ਗਜ਼ ਜਗ੍ਹਾ ਦੇਣੀ, ਬਲਾਈਂਡ ਬੱਚਿਆਂ ਵਾਸਤੇ 1000 ਗਜ਼ ਜਗ੍ਹਾ ਦੇਣੀ, ਜਗ੍ਹਾ ਵੀ ਉਹ ਦੇਣੀ ਜਿਹਦੀ ਕਰੋੜਾਂ ਰੁਪਏ ਕੀਮਤ ਹੈ ਇਸ ਟਾਈਮ। ਪਰ ਮੈਨੂੰ ਦੁੱਖ ਲੱਗ ਰਿਹਾ ਇਸ ਟਾਈਮ 'ਤੇ ਜਿਹੜੀਆਂ ਅਨਾਊਂਸਮੈਂਟਾਂ ਜਿਹੜੇ ਮੈਂ ਕੰਮ ਕਰਦਾ ਆ ਰਿਹਾ, ਜਿਹੜੇ ਕੰਮ ਇਹ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ, ਠੀਕ ਹੈ ਨਾ ਮੇਰੀ ਗੱਲ। ਸਰਕਾਰਾਂ ਦਾ ਬੇੜਾ ਗਰਕ ਚੁੱਕਿਆ। ਹੁਣ ਤੁਸੀਂ ਇਹ ਦੇਖੋ, ਜਦੋਂ ਕਿ ਕੋਈ ਵੀ ਇੱਕ ਮਾੜਾ ਮੋਟਾ ਕਿਸੇ ਪਾਸੇ ਕੋਈ ਕਾਂਡ ਹੋ ਜਾਵੇ, ਮੈਂ 1978 ਤੋਂ 1992 ਵਾਲਾ ਰਾਜ ਮੈਂ ਸਾਰਾ ਦੇਖਿਆ। ਉਦੋਂ ਜੇ ਕਿਸੇ ਦੇ ਘਰ ਕੋਈ ਖਾੜਕੂ ਜਾਂ ਅਤਵਾਦੀ ਆ ਕੇ ਖਾਣਾ ਵੀ ਖਾ ਲੈਂਦੇ ਨਾ, ਉਹਦੇ ਸਾਰੇ ਟੱਬਰ ਨੂੰ ਚੱਕ ਕੇ ਪੁਲਿਸ ਪਾੜ ਦਿੰਦੀ ਸੀ ਔਰ ਇੱਕ ਮਿੰਟ ਦੇ ਵਿੱਚ ਉਹਨਾਂ ਦਾ ਸਾਰਾ ਕਲੂ ਕੱਢ ਲਿਆਉਂਦੀ ਸੀ। ਐਡੀ ਵੱਡੀ ਘਟਨਾ ਸਾਡੇ ਦਰਬਾਰ ਸਾਹਿਬ ਦੇ ਉੱਪਰ ਵਾਪਰ ਗਈ। ਸਰਕਾਰਾਂ ਬਿਲਕੁਲ ਅੰਧੀਆਂ ਹੋਈਆਂ ਬੈਠੀਆਂ ਨੇ। ਮੈਂ 4 ਦਿਨ ਤੋਂ ਇਹ ਵਾਚ ਕਰ ਰਿਹਾ ਸੀ ਵੀ ਕੀ ਕਰ ਰਹੇ ਨੇ। ਮੈਨੂੰ ਸਾਰਿਆਂ ਨਾਲ ਦੁੱਖ ਲੱਗ ਰਿਹਾ ਮੈਨੂੰ SGPC ਦੇ ਉੱਪਰ। ਚਲੋ ਸਰਕਾਰਾਂ ਨੇ ਜੋ ਕਰਨਾ, ਘੱਟੋ ਘੱਟ SGPC ਦਾ ਤਾਂ ਫਰਜ਼ ਬਣਦਾ ਨਾ, ਉਹ ਇੱਕ ਅਨਾਊਂਸਮੈਂਟ ਕਰਦੀਆਂ ਵੀ ਜਿਹੜਾ ਬੰਦਾ ਇਸ ਜ਼ਾਲਮ ਦੀ ਪਹਿਚਾਣ ਦੱਸੇਗਾ ਵੀ ਇਹ ਕਿੱਥੋਂ ਦਾ ਰਹਿਣ ਵਾਲਾ ਸੀ, ਕੀ ਸੀ, ਇਹਦੀ ਭੈਣ ਭਰਾ ਬਾਰੇ ਦੱਸੇਗਾ ਵੀ ਅਸੀਂ ਉੱਤੇ ਫਲਾਨਾ ਨਾਮ ਰੱਖਾਂਗੇ ਤਾਂ ਕਿ ਉਹ ਬੰਦੇ ਦੀ ਸ਼ਨਾਖਤ ਹੋ ਸਕੇ। ਪਰ ਮੈਨੂੰ ਦੁੱਖ ਲੱਗ ਰਿਹਾ, ਅੱਜ ਮੈਂ ਤੁਹਾਡੇ ਚੈਨਲ ਦੇ ਥਰੂ ਕਹਿ ਰਿਹਾ ਵੀ ਜਿਹੜਾ ਵੀ ਇਸ ਜ਼ਾਲਮ ਦੀ ਪਹਿਚਾਣ ਦੱਸੇਗਾ, ਇਹਦੇ ਨੇੜੇ ਤੇੜੇ ਦੇ ਰਿਸ਼ਤੇਦਾਰਾਂ ਬਾਰੇ ਦੱਸੇਗਾ, ਉਹਨੂੰ ਮੈਂ 1 ਲੱਖ ਰੁਪਏ ਦਾ ਨਗਦ ਇਨਾਮ ਦੇਵਾਂਗਾ। ਔਰ ਮੇਰਾ ਨੰਬਰ ਤੁਸੀਂ ਨੋਟ ਰੱਖੋ 84 279 53 163 84279 53163। ਇਹਦੇ 'ਤੇ ਮੇਰਾ WhatsApp ਵੀ ਚੱਲਦਾ, ਮੇਰੀ ਈਮੇਲ ਵੀ ਨਾਲ ਹੈਗੀ ਆ mlaunch35@gmail.com। ਇਹਦੇ 'ਤੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਇਹ ਤਾਂ ਮਤਲਬ ਮੇਰੀ ਇਹਨਾਂ ਵਾਸਤੇ ਹੈ ਜੀ। ਹੁਣ ਇਸ ਤੋਂ ਇਲਾਵਾ ਤੁਸੀਂ ਦੇਖੋ ਮਾੜੀਆਂ ਗੱਲਾਂ ਪਿੱਛੇ ਸਰਕਾਰਾਂ ਨੇ ਹਜੇ ਕਿਹੜੇ ਹੱਥ ਕੰਡੇ ਵਰਤਣੇ ਨੇ, ਠੀਕ ਨਹੀਂ ਮੇਰੀ ਗੱਲ। ਤੁਸੀਂ ਆ 2022 ਦੀਆਂ ਜਿਹੜਾ ਇਲੈਕਸ਼ਨਾਂ ਹੋਣੀਆਂ ਨੇ ਨਾ, ਉਸ ਤੋਂ ਪਹਿਲਾਂ ਤੁਸੀਂ ਹੈਰਾਨ ਹੋ ਜਾਓਗੇ ਵੀ ਜਿਹੜੀ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾਣੀ ਆ। ਇਹਨਾਂ ਨੇ ਹੁਣ ਸਰਕਾਰਾਂ ਦੇ ਹੱਥ ਬੜੇ ਲੰਬੇ ਹੁੰਦੇ ਨੇ। ਇਹਨਾਂ ਨੇ ਆਪਣੇ ਆਪ ਨੂੰ ਹੁਣ ਦੁਬਾਰੇ ਪਾਵਰਾਂ ਦੇ ਵਿੱਚ ਲਿਆਉਣ ਵਾਸਤੇ ਹਰ ਤਰ੍ਹਾਂ ਦੇ ਹੱਥ ਕੰਡੇ ਵਰਤਣੇ ਆ, ਲੋਕਾਂ ਦਾ ਮਾਈਂਡ ਭੜਕਾਉਣ ਵਾਸਤੇ। ਪਰ ਇਹ ਰੱਬ ਦਾ ਮਾਈਂਡ ਨਹੀਂ ਭੜਕਾ ਸਕਦੇ। ਤੁਸੀਂ ਦੇਖ ਲਿਆ ਜਿਹੜਾ ਪਿੱਛੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ 2017 ਦੇ ਵਿੱਚ ਇਲੈਕਸ਼ਨ ਲੜੀ ਸੀ, ਉਦੋਂ ਸਾਰੇ ਜਿੰਨੇ ਵੀ MLA ਸੀ, ਜਦੋਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕੈਪਟਨ ਅਮਰਿੰਦਰ ਸਿੰਘ ਨੇ, ਉੱਥੇ ਸਾਰੇ MLA ਜਿਹੜੇ ਹੁਣ ਚੜ੍ਹ ਕੇ ਬੋਲਦੇ ਪਏ ਨੇ, ਮੰਤਰੀ ਬਣ ਗਏ ਇਸ ਟਾਈਮ, ਉਹ ਵੀ ਉਨੇ ਭਾਗੀਦਾਰ ਨੇ ਜਿੰਨਾ ਕੈਪਟਨ ਭਾਗੀਦਾਰ ਸੀ।
ਠੀਕ ਹੈ ਨਾ ਮੇਰੀ ਗੱਲ। ਉਹ ਦੇਖੋ ਪਰਮਾਤਮਾ ਦੇ ਘਰ ਦੇਰ ਆ, ਉੱਥੇ ਅੰਧੇਰ ਨਹੀਂ ਹੈ। ਤੁਸੀਂ ਐਜ਼ ਕਾਮਨ ਮੈਨ ਵੀ, ਕਿਉਂਕਿ ਬੜਾ ਦੁੱਖ ਜਿਵੇਂ ਤੁਸੀਂ ਕਹਿੰਦੇ ਹੋਇਆ, ਤਾਂ ਹੀ ਤੁਸੀਂ ਹੁਣ ਕਿਹਾ ਕਿ ਲੱਖ ਰੁਪਈਆ ਦਾ ਮੈਂ ਇਨਾਮ ਦੇਵਾਂਗਾ। ਤੁਸੀਂ ਕੀ ਸੋਚਦੇ ਹੋ, ਕਿਉਂ ਕਾਰਵਾਈ ਨਹੀਂ ਹੋ ਪਾ ਰਹੀ ਹੈ? ਕਿਉਂ ਸਰਕਾਰ ਇਸ ਦੇ ਉੱਪਰ ਕੁਝ ਕੰਮ ਨਹੀਂ ਕਰ ਪਾ ਰਹੀ ਹੈ? ਜਦ ਹੋਮ ਮਿਨਿਸਟਰ ਵੱਲੋਂ ਆਰਡਰ ਹੋ ਜਾਣ, ਪੁਲਿਸ ਕਿਉਂ ਨਹੀਂ ਲੱਭ ਪਾ ਰਹੀ ਕਿ ਕੌਣ ਦੋਸ਼ੀ ਸੀ ਕੌਣ ਨਹੀਂ ਹੈ? ਦੇਖੋ ਜੀ, ਦੁੱਖ ਵੀ ਇਸੇ ਗੱਲ ਦਾ ਆ ਰਿਹਾ। ਮੈਨੂੰ 32 ਸਾਲ ਹੋ ਗਏ, ਮੈਂ ਇਹਨਾਂ ਲੀਡਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਰ ਤਰ੍ਹਾਂ ਦੇ ਨਾਲ। ਮੇਰੀ ਜਿਹੜੀ ਦੋਸਤੀ ਇੱਕ ਵਰਕਰ ਤੋਂ ਲੈ ਕੇ CM ਮਿਨਿਸਟਰਾਂ ਤੱਕ ਪੂਰੀ ਰਹੀ ਆ, ਹੁਣ ਵੀ ਹੈਗੀ ਆ। ਮੈਂ ਘਰ ਫੂਕ ਕੇ ਤਮਾਸ਼ੇ ਦੇਖੇ ਹੋਏ ਨੇ। ਇਹਨਾਂ ਨੂੰ ਸਿਰਫ ਤੋਂ ਸਿਰਫ ਕੀ ਆ ਵੀ ਹੁਣ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਜਿਹੜੀਆਂ 2022 ਦੇ ਇਲੈਕਸ਼ਨਾਂ ਦੇ ਵਿੱਚ ਜਾਂ ਤਾਂ ਇੱਥੇ ਕੋਈ ਇਹੋ ਜਿਹਾ ਰਾਸ਼ਟਰਪਤੀ ਰਾਜ ਕਰਵਾ ਦਈਏ, ਉੱਪਰੋਂ ਵੀ ਇਹੀ ਇਸ਼ਾਰੇ ਨੇ, ਠੀਕ ਨਹੀਂ? ਤੇ ਹੁਣ ਜਿਹੜੀ ਆ ਭੰਨ ਤੋੜ ਚੱਲ ਰਹੀ ਆ ਵੀ ਪਾਰਟੀਆਂ ਛੱਡ ਕੇ ਉਸ ਪਾਸੇ ਜਾ ਰਹੇ ਨੇ, ਉਹ ਕਿਉਂ ਨਹੀਂ ਜਾਣਗੇ? ਕਿਉਂ? ਉਹਨਾਂ ਦੇ ਉੱਪਰ ED ਦਾ ਸਕੰਜਾ ਵੀ ਕਸਾਉਣਾ ਇਹਨਾਂ ਨੇ, ਠੀਕ ਨਹੀਂ? CBI ਦਾ ਸਕੰਜਾ ਵੀ ਕਸਾਉਣਾ। ਜਿਹੜੇ ਤਾਂ ਪਿਆਰ ਨਾਲ ਹੀ ਰਲ ਕੇ ਇੱਕ ਦੂਜੇ ਨਾਲ ਜਾ ਕੇ ਉਹ ਤਾਂ ਬਚ ਜਾਣਗੇ, ਤੇ ਨਹੀਂ ਤਾਂ ਤੁਹਾਨੂੰ ਪਤਾ ਜਿਹੜੇ ਲੀਡਰ ਨੇ ਉਹਦੇ 'ਚ 90। ਤੁਸੀਂ ਐਜ਼ ਏ ਕਾਮਨ ਮੈਨ ਕੀ ਸਮਝਦੇ ਹੋ ਕਿ ਘਟਨਾਵਾਂ ਕੌਣ ਕਰਵਾ ਰਿਹਾ, ਕਿਸ ਤਰੀਕੇ ਨਾਲ ਹੋ ਰਹੀਆਂ? ਕਿਉਂਕਿ ਕਈ ਪਾਸੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਬਈ ਦਿਮਾਗੀ ਹਾਲਤ ਠੀਕ ਨਹੀਂ ਸੀ ਕਈਆਂ ਦੀ, ਕਿ ਬੇਅਦਬੀ ਹੋ ਗਈ ਹੈ, ਕਈ ਥਾਵਾਂ 'ਤੇ ਹੋਰ ਤਰੀਕੇ ਦੀ ਗੱਲ ਕੀਤੀ ਜਾਂਦੀ ਹੈ। ਪਰ ਐਜ਼ ਏ ਕਾਮਨ ਮੈਨ ਜਦੋਂ ਤੁਸੀਂ ਇਹ ਚੀਜ਼ਾਂ ਸੁਣਦੇ ਹੋ, ਜਦੋਂ ਤੁਹਾਨੂੰ ਪਤਾ ਲੱਗਦਾ ਹੈ ਖਬਰਾਂ ਦੇ ਜ਼ਰੀਏ, ਉਦੋਂ ਕੀ ਲੱਗਦਾ ਕਿ ਕੌਣ ਇੰਨੇ ਪਿੱਛੇ ਹੋ ਸਕਦਾ? ਦੇਖੋ ਜੀ, ਤੁਸੀਂ ਹੁਣ ਦਿਮਾਗੀ ਹਾਲਤ ਦੀ ਗੱਲ ਕਰਦੇ ਹੋ। ਜੇ ਉਹ ਬੰਦੇ ਦੀ ਕਿਸੇ ਦੀ ਦਿਮਾਗੀ ਹਾਲਤ ਖਰਾਬ ਆ, ਉਹ ਜਾ ਕੇ ਕੰਧਾਂ 'ਚ ਕਿਉਂ ਨਹੀਂ ਟੱਕਰ ਮਾਰਦਾ? ਉਹ ਕਿਸੇ ਟ੍ਰੇਨ ਥੱਲੇ ਕਿਉਂ ਨਹੀਂ ਆਉਂਦਾ ਜਾ ਕੇ? ਕਿਸੇ ਬੱਸ ਥੱਲੇ ਕਿਉਂ ਨਹੀਂ ਆ ਜਾ ਕੇ? ਉਹਨੂੰ ਸਿਰਫ ਜਿਹਦੀ ਦਿਮਾਗੀ ਹਾਲਤ ਖਰਾਬ ਆ, ਉਹ ਸਿਰਫ ਸਿੱਖਾਂ ਦੀਆਂ ਬੇਅਦਬੀਆਂ ਕਰਨ ਵਾਸਤੇ ਰੱਖਿਆ। ਇਹ ਇੱਕ ਸਟੰਡ ਆ ਗੌਰਮੈਂਟ ਦਾ, ਸਾਜ਼ਿਸ਼ ਆ ਵੱਡੀ, ਪੂਰੀ ਵੱਡੀ ਸਾਜ਼ਿਸ਼ ਆ। ਨਹੀਂ ਉਹਦੀ ਹਿੰਮਤ ਹੈਗੀ ਆ ਕਿ ਉਹ ਸਿਰਫ ਦਰਬਾਰ ਸਾਹਿਬ ਆ ਕੇ ਇਹੋ ਜਿਹਾ ਕੰਮ ਕਰੂਗਾ? ਦਿਮਾਗੀ ਹਾਲਤ ਜਿਹੜੀ ਆ ਉਹਦੀ ਬੰਦੇ ਦੀ ਖਰਾਬ ਆ। ਉਹ ਜਦੋਂ ਸਿੱਖਾਂ ਦੀਆਂ ਬੇਅਦਬੀਆਂ, ਚਾਹੇ ਸਿੱਖਾਂ ਦੀਆਂ ਹੋਣ, ਚਾਹੇ ਹਿੰਦੂ ਦੀਆਂ ਹੋਣ, ਚਾਹੇ ਮੁਸਲਿਮ ਦੀਆਂ ਹੋਣ, ਵੀ ਉਹਨਾਂ ਨੂੰ ਉਹੀ ਕਰ ਦਿੰਦੇ ਨੇ। ਇਹ ਸਿਰਫ ਤੇ ਸਿਰਫ ਇਹ ਜਾਤ ਪਾਤ ਦੀਆਂ ਜਿਹੜੀਆਂ ਊਚ ਨੀਚ ਦੀਆਂ ਰਾਜਨੀਤੀਆਂ ਕਰਕੇ ਭੜਕਾਉਣਾ ਚਾਹੁੰਦੇ ਨੇ, ਤੇ ਆਪਣੀ ਜਿਹੜੀ 2022 ਦੇ ਇਲੈਕਸ਼ਨ ਦੀਆਂ ਵਿੱਚ ਇਹ ਇੱਕ ਆਪਣਾ ਵੱਡਾ ਸਾਰਾ ਇੱਕ ਸਟੰਟ ਲੱਗਣਾ ਚਾਹੁੰਦੇ ਨੇ। ਇਹ ਗੌਰਮੈਂਟ ਦੇ ਬਹੁਤ ਵੱਡੇ ਕਾਨੂੰਨ ਹੱਥ ਦੇ ਹੁੰਦੇ ਨੇ ਸਰਕਾਰਾਂ ਦੇ, ਇਹ ਹਜੇ ਬੜਾ ਕੁਝ ਕਰਨਗੇ ਆਉਣ ਵਾਲੇ ਟਾਈਮ 'ਚ। ਤੁਸੀਂ ਠੀਕ ਹੈ, ਤੁਸੀਂ ਵੀ ਅਨਾਊਂਸਮੈਂਟ ਕਰ ਦਿੱਤੀ, ਠੀਕ ਹੈ, ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਪਤਾ ਕਰੇ ਕਿ ਵੀ ਇਨਾਮ ਘੋਸ਼ਿਤ ਕਰੇ ਜਾਂ ਕੁਝ ਵੀ ਕਰੇ, ਕਿਸ ਤਰੀਕੇ ਦਾ ਵੀ ਕਰੇ, ਤਾਂ ਕਿ ਪਤਾ ਲੱਗ ਪਾਏ ਕਿ ਦੋਸ਼ੀ ਕੌਣ ਸੀ। ਪਰ ਇਹ ਨਹੀਂ ਤੁਹਾਨੂੰ ਲੱਗਦਾ ਕਿ ਘਟਨਾਵਾਂ ਜਿਹੜੀਆਂ ਲਗਾਤਾਰ ਵੱਧ ਰਹੀਆਂ ਨੇ, ਇਹਨੂੰ ਠੱਲ ਕਿੱਦਾਂ ਪਾ ਸਕਦੀ ਸਰਕਾਰ? ਇਹ ਹੋਣ ਹੀ ਨਾ। ਇਹ ਇਸ ਬਾਰੇ ਕੁਝ ਦੇਖੋ, ਮੈਂ ਤਾਂ ਇਹ ਕਹਿਣਾ ਵੀ ਠੱਲ ਤਾਂ ਪਰਮਾਤਮਾ ਨੂੰ ਹੀ ਪੈ ਸਕਦੀ ਆ, ਨਹੀਂ ਤਾਂ ਸਰਕਾਰਾਂ ਦਾ ਬੇੜਾ ਕਰਕੇ ਗਿਆ। ਇਹ ਠੱਲ ਪਾ ਹੀ ਨਹੀਂ ਸਕਦੀਆਂ ਜੀ। ਠੱਲ ਇਸ ਕਰਕੇ ਜਾਂ ਦੇਣ ਇਦਾਂ ਦੀਆਂ ਜਲਦੀ ਲੱਭਣ ਬੰਦੇ ਕਿਹੜਾ ਕੌਣ। ਮੈਂ ਤਾਂ ਤੁਹਾਨੂੰ ਇਹ ਦੱਸਤਾ ਵੀ ਕੁੱਤੀ ਚੋਰਾਂ ਵਾਲੀ ਹੋਈ ਹੈ ਜੀ। ਵੀ ਤੁਸੀਂ ਕਿਉਂ ਸਿੱਧੀਆਂ ਗੱਲਾਂ ਕਹਾਉਣਾ ਚਾਹੁੰਦੇ ਹੋ? ਜੇ ਸਜ਼ਾ ਤਾਂ ਦੇਣ। ਤੁਸੀਂ ਦੱਸੋ, ਜਿਹੜੇ ਅਫਸਰ ਇਹ ਹੁਣ ਲਾ ਰਹੇ ਨੇ, ਠੀਕ ਨਹੀਂ, ਜਦੋਂ ਇਹ ਪੈਸੇ ਦੇ ਕੇ ਅਫਸਰ ਲਾਉਣਗੇ, ਸਰਕਾਰ ਜਿਹਦੀ ਮਰਜ਼ੀ ਆਵੇ। ਮੈਂ ਤੁਹਾਨੂੰ ਹੁਣ ਮੋਟੀ ਜਿਹੀ ਐਗਜ਼ਾਮਪਲ ਮਿਸਾਲ ਦੇਣ ਲੱਗਿਆ। ਹੁਣ ਤੁਸੀਂ ਜਿਹੜਾ ਪਰਚਾ ਦਰਜ ਹੋਇਆ ਇਹਦੇ 'ਤੇ ਮਜੀਠੀਏ 'ਤੇ, ਇਹਨਾਂ ਦੇ ਰਾਜ ਦੇ ਵਿੱਚ ਇਹੀ ਅਫਸਰ ਸੀ ਜਿਹੜੇ ਠੋਕ ਕੇ ਚੰਗੀਆਂ ਪੋਸਟਾਂ ਲੈਂਦੇ ਰਹੇ ਨੇ, ਠੀਕ ਨਹੀਂ ਮੇਰੀ ਗੱਲ? ਉਹੀ ਆਉਣਾ ਕਿ ਕਾਂਗਰਸ ਦੇ ਟਾਈਮ 'ਤੇ ਚੰਗੀਆਂ ਪੋਸਟਾਂ ਲੈ ਰਹੇ ਨੇ। ਹੁਣ 3 DG ਬਦਲਤੇ ਇਹਨਾਂ ਨੇ। ਜਦੋਂ ਇਹਨਾਂ ਨੇ ਦੇਖਿਆ ਵੀ ਹੁਣ ਸੁਖਬੀਰ ਦੇ ਤੇ ਮਜੀਠੀਆਂ ਦੇ ਅਗੇਂਸਟ ਇਹੋ ਜਿਹੀਆਂ ਕਾਰਵਾਈਆਂ ਕਰੋ, ਉਹ ਕਹਿੰਦੇ ਅਸੀਂ ਕਿਉਂ ਕਰੀਏ ਜੀ? ਕਿਉਂ? ਉਹਨਾਂ ਨੇ ਉਹ ਪੂਰਾ ਉਦੋਂ ਉਹਨਾਂ ਦੇ ਟਾਈਮ ਦੇ ਵਿੱਚ ਆਪਣੀਆਂ ਐਸ਼ ਪ੍ਰਸਤੀਆਂ ਪੂਰੀਆਂ ਭੋਗੀਆਂ ਸੀ। ਬੇਅਦਬੀ ਤੇ ਆਏ ਕਿ ਤੁਹਾਨੂੰ ਲੱਗਦਾ ਹੈ ਕਿ ਇਦਾਂ ਦਾ ਹੋਣਾ ਚਾਹੀਦਾ ਸਿਸਟਮ, ਕਿ ਘਟਨਾਵਾਂ ਹੋਣ ਹੀ ਨਾ, ਚਾਹੇ ਉਹ SGPC ਕੋਈ ਕਦਮ ਚੱਕੇ, ਚਾਹੇ ਸਰਕਾਰ ਚੱਕੇ। ਇਹ ਤਾਂ ਦੇਖੋ ਜੀ, ਮੇਰੀ ਤਾਂ SGPC ਵਾਲਿਆਂ ਨੂੰ ਇੱਕੋ ਹੀ ਬੇਨਤੀ ਆ ਵੀ ਤੁਹਾਡੀ ਜਿਹੜੀ ਉੱਥੇ ਟਾਸਕ ਫੋਰਸ ਰੱਖੀ ਹੋਈ ਆ, ਉਹਦੇ 'ਤੇ ਆਪਣੇ ਇਹੋ ਜਿਹੇ ਇੰਟੈਲੀਜੈਂਸ ਬੰਦੇ ਰੱਖੋ, ਤਾਂ ਕਿ ਉਹ ਨਜ਼ਰ ਰੱਖਣ ਪ੍ਰੋਪਰ। ਅੰਦਰ ਜਿਹੜਾ ਵੀ ਬੰਦਾ ਜਾਂਦਾ ਆਉਂਦਾ, ਜਿਵੇਂ ਹੁਣ ਉਹ ਦੱਸ ਰਹੇ ਨੇ ਵੀ ਇਹ 2-3 ਦਿਨ ਤੋਂ ਇੱਥੇ ਘੁੰਮ ਰਿਹਾ ਸੀ, ਉਹਨੂੰ ਬਾਹਰ ਵੀ ਕੱਢਿਆ, ਕੁਝ ਵੀ ਕੱਢਿਆ, ਵੀ ਜੇ ਇਹਨਾਂ ਨੂੰ ਲੱਗਦਾ ਵੀ ਇਹ ਬੰਦਾ ਹੈਗਾ, ਉਹਨੂੰ ਕੋਈ ਗੱਲ ਨਹੀਂ ਹੈ, ਤੁਸੀਂ ਉਹਨੂੰ ਬਿਠਾ ਕੇ ਆਪਣੇ ਟਰਾਂਸਪੋਰਟ ਦੇ ਸਾਹਮਣੇ ਹਵਾਲੇ ਕਰ ਦਿਓ, ਉਹਦੀ ਵੈਰੀਫਾਈ ਕਰੋ, ਠੀਕ ਨਹੀਂ? ਉਹਦਾ ID ਕਰ ਲਵੋ ਸਾਰਾ। ਜਦੋਂ ਸ਼ੱਕ ਹੈਗੇ ਆ, ਉਸ ਤੋਂ ਬਾਅਦ ਤੁਸੀਂ ਜ਼ਿਆਦਾ ਤੇ ਪੁਲਿਸ ਨੂੰ ਫੜਾ ਦਿਓ, ਠੀਕ ਨਹੀਂ? ਇਹ ਹੁਣ ਬਹੁਤ ਜ਼ਰੂਰੀ ਆ ਵੀ ਸਰਕਾਰਾਂ ਦੇ ਉੱਪਰ ਡਿਪੈਂਡੈਂਟ ਨਾ ਰਹਿਣ। ਠੀਕ ਹੈ, ਬਿਲਕੁਲ। ਤੁਸੀਂ ਸੁਣ ਰਹੇ ਸੀ ਆਲਮਜੀਤ ਸਿੰਘ ਮਾਨ ਨੇ, ਸੋਸ਼ਲ ਐਕਟਿਵਿਸਟ ਨੇ, ਤੇ ਇਹਨਾਂ ਨੇ ਕਿਹਾ ਕਿ ਮੈਂ 1 ਲੱਖ ਰੁਪਏ ਦਾ ਇਨਾਮ ਉਹਨਾਂ ਨੂੰ ਦੇਵਾਂਗਾ ਜਿਹੜੇ ਦੱਸਣਗੇ ਜਿਹੜੀ ਬੇਅਦਬੀ ਦੀ ਘਟਨਾ ਗੋਲਡਨ ਟੈਂਪਲ ਦੇ ਵਿੱਚ ਹੋਈ ਹੈ, ਉਸ ਦਾ ਕੋਈ ਸ਼ਨਾਖਤ ਦੇ ਦੇ। ਤੇ ਉਹਨਾਂ ਨੂੰ ਮਤਲਬ ਮਕਸਦ ਇਹ ਹੀ ਹੈ ਕਿ ਉਹ ਫੜੇ ਜਾਣ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਸਾਡੇ ਸਿੱਖਾਂ ਦੇ ਪੂਰੇ ਦੁਨੀਆ ਦੇ ਵਿੱਚ ਹਿਰਦਿਆਂ 'ਤੇ ਜਿਹੜੀ ਹੈ ਸੱਟ ਵੱਜੀ ਹੈ। ਜ਼ਾਹਿਰ ਜੀ ਗੱਲ ਹੈ, ਹੁਣ ਵੱਡਾ ਸਵਾਲ ਸਰਕਾਰਾਂ 'ਤੇ ਵੀ ਰਹੇਗਾ ਕਿ ਜਿਹੜੇ ਗੱਲ ਕਰ ਰਹੇ ਸੀ ਕਿ 48 ਘੰਟੇ ਦੇ ਵਿੱਚ ਰਿਪੋਰਟ ਮੰਗੀ ਹੈ, ਹਜੇ ਤੱਕ ਸਰਕਾਰ ਦੇ ਹੱਥ ਖਾਲੀ ਨੇ, ਜਿਸ ਕਰਕੇ ਆਮ ਲੋਕ, ਸੋਸ਼ਲ ਐਕਟਿਵਿਸਟ ਅੱਗੇ ਆ ਰਹੇ ਨੇ ਤਾਂ ਕਿ ਦੋਸ਼ੀਆਂ ਨੂੰ ਜਲਦ ਫੜਿਆ ਜਾਵੇ। ਕੈਮਰਾਮੈਨ ਅਮਨ ਦੇ ਨਾਲ ਨਵੀਨ ਸੇਠੀ, ਪੰਜਾਬ ਕੇਸਰੀ, ਜਗਬਾਨੀ।